मैं तार दीवान तू है मेरे स्वामी। मैं तुझे आगे अरदास मैं होर थाऊं नहीं जिस पे करूं बेनंती। मेरा दुख सुख तुझ ही पास सतनाम वाहिगुरु साहिब जीओ। राम कली महला पंजवा। रुद्धि सलोक एक ओंकार सतगुरु प्रसाद। कर बंधन पार ब्रह्म बाछों साधे तूर। आप निवार हर हर भजो। नानक प्रभ भरपूर। किल विख काटन पै हरन सुख सागर हर राय। दीन दयाल दुख भंजनो नानक नीत त्याए। दीन दयाल दुख भंजनो नानक नीत त्याए। परम सत्कारयोग जुगो जुग अटल तन तन श्री गुरु ग्रंथ साहिब जी दीन दुनी दे मालक शब्द ब्रह्म सतगुरु हाजरा हजूर ज़ाहरा ज़हूर सर्व कला भरपूर तन तन श्री गुरु ग्रंथ साहिब जी तिन्हां दी पावन पवित्र हजूरी अंदर सुभाईमान गुरु रूप साध संगत जी बहुत ही वडभागी हो जो पावन दरबार दियां हाजरियां भर के गुरबाणी दे हर जस नाल सांझ पा के मनुखे जीवन नूं सफला बनाउण दे यतन कर रहे हां। आओ विचारां दी आरंभता तो पहला कलगीधर पातशाह जी दे मुखार तों उचारण कीती हुई गुरु फतेह नाल सांझ पाओ जी। इक्को ही आवाज़ दे नाल सारे रल मिल के अपनी रसना नूं पवित्र करो। आखो जी वाहिगुरु जी का खालसा वाहिगुरु जी की फतेह। गुरु रूप साध संगत जी मैं आप जी नूं बिने कर दवां कि जिहड़े शब्द आप जी ने सरवण कीता है यह बाणी रुद्धि सलोक दे अंदर है। आपां लड़ीवार विचार गुरु अर्जन देव पातशाह जी दे मुखार बिन तो उचारण कीती हुई राम कली राग दे अंदर गुरु ग्रंथ साहिब जी दे पावन अंग नंबर 927 उत्ते सुभाईमान है। इस बाणी नूं आपां अज तो विचार दे रूप विच आरंभ करन जा रहे हां। साहिब जी ने अपार बख्शिश कृपा की जो आप जी ने शब्द सरवण किया है। यह गुरु अर्जन देव पातशाह जी के मुखार बिन तो उचारण किया होया है।
ਗੁਰੂ ਰੂਪ ਸਾਧ ਸੰਗਤ ਜੀ, ਇਹ ਰੁੱਤੀ ਸ਼ਲੋਕ ਜੋ ਰਾਮਕਲੀ ਰਾਗ ਦੇ ਅੰਦਰ ਬਾਣੀ ਸੁਭਾਇਮਾਨ ਹੈ, ਇਸ ਸੰਸਾਰ ਦੇ ਅੰਦਰ 6 ਰੁੱਤਾਂ ਮੰਨੀਆਂ ਗਈਆਂ ਨੇ। ਉਹਨਾਂ 6 ਰੁੱਤਾਂ ਦੇ ਵਿੱਚ 2-2 ਮਹੀਨੇ ਆਉਂਦੇ ਨੇ। ਜਿਵੇਂ 12 ਮਾਹ ਆਪਾਂ ਮਾਝ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਪੜ੍ਹਨੇ ਆ, ਸਰਵਣ ਕਰਨੇ ਆ, ਉਹਨਾਂ ਵਿੱਚ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੇ ਆਪਾਂ, ਤੇ ਨਾਲ ਹੀ ਇਸੇ ਹੀ ਸਿਰਲੇਖ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਅੰਦਰ 12 ਮਾਹ ਉਚਾਰਨ ਕੀਤੀ ਹੋਈ ਹੈ। ਉਹਨਾਂ ਅੰਦਰ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਸ਼ਲੋਕਾਂ ਦੀ ਵਿਚਾਰ ਜੋ ਸ਼ਬਦਾਂ ਦੇ ਵਿੱਚ ਰੁੱਤਾਂ ਦਾ ਜ਼ਿਕਰ ਕੀਤਾ ਹੈ, ਮਹੀਨਿਆਂ ਦਾ ਜ਼ਿਕਰ ਕੀਤਾ ਹੈ, ਉਹਨਾਂ ਮਹੀਨਿਆਂ ਦੇ ਸੰਬੰਧ ਵਿੱਚ ਜੀਵ ਨੂੰ, ਵਿਛੜੇ ਹੋਏ ਨੂੰ ਪਰਮਾਤਮਾ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਨੇੜੇ ਦੀ ਸਾਂਝ ਬਣਾਈ ਹੈ। ਇਸੇ ਤਰ੍ਹਾਂ ਹੀ ਉਸੇ ਹੀ ਸੰਬੰਧ ਦੇ ਵਿੱਚ ਇਨ ਬਿਨ ਇਹ ਰੁੱਤੀ ਸ਼ਲੋਕ ਹੈ। ਜਿਵੇਂ ਸਮਾਜ ਦੇ ਅੰਦਰ, ਹਿੰਦੁਸਤਾਨ ਦੇ ਅੰਦਰ 6 ਰੁੱਤਾਂ ਮੰਨੀਆਂ ਜਾਂਦੀਆਂ ਨੇ। ਜਿਵੇਂ ਬਸੰਤ ਰੁੱਤ ਮੰਨੀ ਜਾਂਦੀ ਹੈ, ਗ੍ਰਿਖਮ ਰੁੱਤ ਮੰਨੀ ਜਾਂਦੀ ਹੈ, ਤੇ ਜਿਵੇਂ ਬਰਸਾਤ ਵਾਲੀ ਬਰਖਾ ਰੁੱਤ ਮੰਨੀ ਜਾਂਦੀ ਹੈ, ਸਰਦ ਰੁੱਤ ਮੰਨੀ ਜਾਂਦੀ ਹੈ, ਹਿੰਮਤ ਰੁੱਤ ਮੰਨੀ ਜਾਂਦੀ ਹੈ, ਤੇ ਸ਼ਿਸ਼ਰ ਰੁੱਤ ਮੰਨੀ ਜਾਂਦੀ ਹੈ। ਇਹ 6 ਰੁੱਤਾਂ ਹਿੰਦੁਸਤਾਨ ਤੇ ਮੰਨੀਆਂ ਜਾਂਦੀਆਂ ਨੇ। ਇਹਨਾਂ 6 ਰੁੱਤਾਂ ਦੇ ਵਿੱਚ 2-2 ਮਹੀਨਿਆਂ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਬਾਣੀ ਰੁੱਤੀ ਸ਼ਲੋਕ ਦੇ ਅੰਦਰ ਜ਼ਿਕਰ ਕੀਤਾ ਹੈ। ਇਹਨਾਂ ਦੇ ਅੰਦਰ ਇਹ ਪਾਵਨ ਵਿਚਾਰ ਦੇ ਕੇ ਗੁਰੂ ਸਾਹਿਬ ਜੀ ਨੇ ਜੋ ਸਮਝਾਉਣਾ ਚਾਹਿਆ ਹੈ, ਉਹ ਸਮਝਾਉਣ ਦਾ ਜ਼ਰੀਆ ਇਹ ਹੈ ਕਿ ਗੁਰੂ ਸਾਹਿਬ ਨੇ ਵਿਛੜੇ ਹੋਏ ਜੀਵ ਨੂੰ, ਟੁੱਟ ਚੁੱਕੀ ਪ੍ਰੀਤ ਨੂੰ ਪਰਮਾਤਮਾ ਦੇ ਨਾਲ ਨਜ਼ਦੀਕ ਕੀਤਾ ਹੈ। ਜਿਵੇਂ ਆਪ ਜੀ ਨੇ ਉੱਪਰ ਸ਼ਲੋਕ ਪੜਿਆ, ਰਾਮਕਲੀ ਮਹਿਲਾ 5ਵਾਂ। ਰਾਮਕਲੀ ਰਾਗ ਹੈ, ਮਹਿਲਾ 5ਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਸਰੀਰ ਤੋਂ, ਜਿਸ ਕਾਇਆ ਤੋਂ ਉਚਾਰਨ ਕੀਤੀ ਹੋਈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਇਹ ਪਾਵਨ ਬਾਣੀ ਹੈ। ਉੱਤੇ ਸਿਰਲੇਖ ਹੈ ਰੁੱਤੀ ਸ਼ਲੋਕ। ਰੁੱਤੀ ਤੋਂ ਭਾਵ ਰੁੱਤ। ਸੰਸਾਰ ਵਿੱਚ ਰੁੱਤਾਂ ਆਉਂਦੀਆਂ ਨੇ, ਹੋਰ ਸਮਾਂ ਪਾ ਕੇ ਬਤੀਤ ਹੋ ਜਾਂਦੀਆਂ ਨੇ। ਜਿਵੇਂ ਇੱਕ ਬਸੰਤ ਦੀ ਰੁੱਤ ਆਈ, ਉਹ 2 ਮਹੀਨਿਆਂ ਵਿੱਚ ਰਹਿੰਦੀ ਹੈ। ਗ੍ਰਿਖਮ ਤੋਂ ਭਾਵ ਗਰਮੀ ਦੀ ਰੁੱਤ ਆਈ, ਉਹ ਵੀ 2 ਮਹੀਨਿਆਂ ਵਿੱਚ ਰਹਿੰਦੀ ਹੈ। ਬਸੰਤ ਤੋਂ ਬਾਅਦ ਜਦੋਂ ਗ੍ਰਿਖਮ ਆਉਂਦੀ ਹੈ, ਗਰਮੀ ਆਉਂਦੀ ਹੈ, ਗਰਮੀ ਤੋਂ ਬਾਅਦ ਜਿਹੜੀ ਬਰਸਾਤ ਵਾਲੀ ਰੁੱਤ ਆਉਂਦੀ ਹੈ, ਜਿਹਨੂੰ ਬਰਖਾ ਰੁੱਤ ਕਿਹਾ ਜਾਂਦਾ ਹੈ, ਉਹ ਵੀ 2 ਮਹੀਨਿਆਂ ਦੀ ਆਉਂਦੀ ਹੈ ਤੇ ਸਮਾਂ ਪਾ ਕੇ ਬਤੀਤ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜੋ ਸਮਝਾਉਣਾ, ਜੋ ਇਹ ਪਾਵਨ ਬਾਣੀ ਦੀ ਦਾਤ ਕੌਮ ਨੂੰ, ਸਿੱਖ ਜਗਤ ਨੂੰ ਦੇਣ ਦੀ, ਜੋ ਸਾਰੇ ਸਮੁੱਚੇ ਸੰਸਾਰ ਨੂੰ ਦੇਣ ਦੀ ਦਾਤ ਇਹ ਦਰਸਾਉਂਦੀ ਹੈ ਕਿ ਮਨੁੱਖਿਆ, ਹੈ ਇਨਸਾਨ, ਭਲੇ ਵਿਅਕਤੀ, ਸਮਾਂ ਪਾ ਕੇ ਰੁੱਤਾਂ ਬਤੀਤ ਹੋ ਜਾਂਦੀਆਂ ਨੇ, ਸਮਾਂ ਪਾ ਕੇ ਦਿਨ ਬਤੀਤ ਹੋ ਜਾਂਦੇ ਨੇ, ਪਰ ਯਾਦ ਰੱਖੀ ਇਸ ਸਮੇਂ ਨੇ ਥਿਰ ਨਹੀਂ ਰਿਹਾ। ਜਿਵੇਂ ਸਮਾਂ ਬਦਲਦਾ ਜਾਂਦਾ ਹੈ, ਰੁੱਤ ਚੇਂਜ ਹੁੰਦੀ ਜਾਂਦੀ ਹੈ, ਤੇਰੀ ਜੀਵਨ ਦੇ ਵਿੱਚ ਵੀ ਕੁਝ ਨਵਾਂਪਨ, ਕੁਝ ਚੇਂਜ ਆਉਣਾ ਚਾਹੀਦਾ ਸੀ, ਬਦਲਾਅ ਆਉਣਾ ਚਾਹੀਦਾ ਸੀ। ਜਿਵੇਂ ਰੁੱਤ ਗਰਮੀ ਤੋਂ ਬਾਅਦ ਸਰਦੀ ਦੀ ਆਉਂਦੀ ਹੈ, ਸਰਦੀ ਤੋਂ ਬਾਅਦ ਜਿਵੇਂ ਸ਼ਿਸ਼ਰ ਰੁੱਤ ਦੀ ਗੱਲ ਆਈ, ਜਿਵੇਂ ਉਹਦੇ ਵਿੱਚ ਹਵਾ ਚੱਲਦੀ ਹੈ, ਤੇਜ਼ ਹਵਾ ਚੱਲਦੀ ਹੈ, ਤੇ ਉਹਨੇ ਉਹ ਵੀ ਰੁੱਤ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ। ਹੁਣ ਇੱਥੇ ਹੈ ਰੁੱਤੀ, ਰੁੱਤ ਹੈ। ਮਨੁੱਖ ਦੇ ਜੀਵਨ ਦੀ ਵੀ ਇੱਕ ਰੁੱਤ ਹੈ, ਜੇ ਉਸ ਨੂੰ ਸੰਭਾਲੇ। ਜਿਹੜੀ ਗੱਲ ਆਪਾਂ ਵਿਚਾਰ ਆਰੰਭ ਕਰ ਲੱਗੇ ਹਾਂ, ਹੋਰ ਇਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਲੋਕ ਜਿਹੜੇ ਦਰਜ ਕੀਤੇ ਨੇ, 6 ਸ਼ਲੋਕ ਨੇ, ਹੋਰ 6 ਹੀ ਇਸ ਦੇ ਵਿੱਚ ਬਾਣੀ ਵਿੱਚ ਛੰਦ ਨੇ। ਤਕਰੀਬਨ ਇਹਨਾਂ ਛੰਦਾਂ ਦੇ ਵਿੱਚ, ਇਹਨਾਂ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਪਰਮਾਤਮਾ ਦੇ, ਪਰਮੇਸ਼ਰ ਦੇ ਨਾਲ ਨਜ਼ਦੀਕ ਹੋਣ ਦੀ ਗੂੜੀ ਸਾਂਝ, ਗਾਖੜੀ ਪ੍ਰੀਤ ਹੋਣ ਦਾ ਜ਼ਿਕਰ ਕੀਤਾ ਹੈ। ਛੰਦਾਂ ਦੇ ਵਿੱਚ ਗੁਰੂ ਸਾਹਿਬ ਨੇ ਮਹੀਨਿਆਂ ਦਾ ਜ਼ਿਕਰ ਕੀਤਾ ਹੈ। ਜਿਵੇਂ ਵੈਸਾਖ ਆਏਗਾ, ਚੇਤਰ ਆਉਂਦਾ ਹੈ, ਵੈਸਾਖ ਹੁੰਦਾ ਹੈ, ਜੇਠ ਹੁੰਦਾ, ਹਾੜ ਹੁੰਦਾ ਹੈ, ਸੌਣ ਆਉਂਦਾ ਹੈ, ਭਾਦਰੋਂ ਆਉਂਦਾ ਹੈ, ਅੱਸੂ ਆਉਂਦਾ ਹੈ, ਕੱਤੇ ਆਉਂਦਾ ਹੈ। ਇਸੇ ਤਰ੍ਹਾਂ ਪੋ ਮਾਘ ਆਉਂਦਾ ਹੈ, ਮੱਘਰ ਆਉਂਦਾ ਹੈ, ਫੱਗਣ ਆਉਂਦਾ ਹੈ। ਜਿਸ ਤਰ੍ਹਾਂ ਮਹੀਨਿਆਂ ਦੀ ਜ਼ਿਕਰ ਆਉਂਦਾ ਹੈ, ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨਾਂ ਰੁੱਤਾਂ ਸ਼ਲੋਕ ਦੇ ਵਿੱਚ 2-2 ਮਹੀਨਿਆਂ ਦੇ ਅੰਦਰ, ਇੱਕ ਰੁੱਤ ਦੇ ਅੰਦਰ 2-2 ਮਹੀਨਿਆਂ ਦਾ ਭਲੀ ਭਾਂਤ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ।
ਜਿਵੇਂ ਰੁੱਤੀ ਦੀ ਆਪਾਂ ਵਿਚਾਰ ਕਰਨ ਜਾ ਰਹੇ ਹਾਂ, ਉੱਤੇ ਸਿਰਲੇਖ ਹੈ ਰੁੱਤੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ, ਜਿਵੇਂ ਭਲਿਆ ਸੰਸਾਰ ਵਿੱਚ ਰੁੱਤ ਆਉਂਦੀ ਹੈ ਤੇ ਚਲੀ ਜਾਂਦੀ ਹੈ, ਬਤੀਤ ਹੋ ਜਾਂਦੀ ਹੈ, ਐਵੇਂ ਮਨੁੱਖ ਦੀ ਜ਼ਿੰਦਗੀ ਵਿੱਚ ਵੀ ਇੱਕ ਰੁੱਤ ਆਉਂਦੀ ਹੈ, ਪਰ ਉਹ ਰੁੱਤ ਨੂੰ ਸੰਭਾਲੇ, ਉਸ ਵਕਤ ਨੂੰ ਸੰਭਾਲੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਵੱਤੇ ਤੋਂ ਭਾਵ ਵੱਤਰ ਤੋਂ ਭਾਵ ਸਮਾਂ। ਜਦੋਂ ਕਿਸਾਨ ਆਪਣੀ ਖੇਤੀ ਦੇ ਵਿੱਚ ਬੀਜ ਪਾਉਂਦਾ ਹੈ, ਜਦੋਂ ਬੀਜ ਪਾਉਂਦਾ ਹੈ, ਸਭ ਤੋਂ ਪਹਿਲਾਂ ਰੁੱਤ ਵੇਖਦਾ ਹੈ, ਫਿਰ ਉਹ ਜ਼ਮੀਨ ਦਾ ਵੱਤਰ ਵੇਖਦਾ ਹੈ। ਜੇ ਜ਼ਮੀਨ ਦਾ ਵੱਤਰ ਹੋਵੇ ਤੇ ਮੌਸਮ ਰੁੱਤ ਚੰਗੀ ਹੋਵੇ ਤੇ ਉਹ ਆਪਣਾ ਬੀਜ ਜ਼ਮੀਨ ਵਿੱਚ ਖੇਤੀ ਵਿੱਚ ਪਾਉਂਦਾ ਹੈ। ਉਸ ਨੂੰ ਪਤਾ ਹੁੰਦਾ ਹੈ ਮੌਸਮ ਰੁੱਤ ਵੀ ਚੰਗੀ ਹੈ ਤੇ ਜ਼ਮੀਨ ਦਾ ਵੱਤਰ ਵੀ ਚੰਗਾ ਹੈ, ਇਹ ਬੀਜ ਜ਼ਰੂਰ ਉੱਗੇਗਾ। ਕਿਉਂਕਿ ਜੇ ਕਿਸਾਨ ਬੀਜ ਪਾਉਣ ਲੱਗਿਆਂ ਜ਼ਮੀਨ ਦਾ ਵੱਤਰ ਵੇਖ ਲੇ ਤੇ ਮੌਸਮ ਦੀ ਰੁੱਤ ਨਾ ਵੇਖੇ, ਤੇ ਯਾਦ ਰੱਖਿਓ ਪਿਆਰਿਓ, ਬੀਜ ਤਾਂ ਉੱਗੇਗਾ ਪਰ ਉਹ ਫਲ ਤੱਕ ਨਹੀਂ ਪਹੁੰਚੇਗਾ। ਬੀਜ ਤੇ ਉੱਗ ਜਾਵੇਗਾ ਕਿਉਂਕਿ ਜ਼ਮੀਨ ਦੀ ਰੁੱਤ ਸੀ, ਜ਼ਮੀਨ ਦੀ ਤਾਕਤ ਨੇ ਉਸ ਬੀਜ ਨੂੰ ਉੱਗਣ ਦੇ ਵਿੱਚ, ਪੁੰਗਰਨ ਦੇ ਵਿੱਚ ਤਾਕਤ ਬਖਸ਼ੀ, ਉਹ ਬੀਜ ਉੱਗ ਗਿਆ। ਪਰ ਪਿਆਰਿਓ, ਉੱਗ ਤੇ ਗਿਆ ਪਰ ਰੁੱਤ ਠੀਕ ਹੋਣ ਨਾ ਕਰਨ ਕਰਕੇ ਉਹ ਇੱਕ ਫਲ ਤੇ ਨਹੀਂ ਪਹੁੰਚ ਸਕਿਆ। ਕਿਸਾਨ ਜਦੋਂ ਬੀਜ ਪਾਇਆ, ਉਹਨੇ ਰੁੱਤ ਵੇਖੀ, ਉਹਨੇ ਵੱਤਰ ਵੇਖਿਆ, ਆਪਣਾ ਬੀਜ ਪਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਸ ਕਿਸਾਨ ਦੀ ਮਿਹਨਤ ਨੂੰ ਵੇਖਦੇ ਕਿਹਾ, ਉਹ ਭਲਿਆ ਮਨੁੱਖਾ, ਪਰਮਾਤਮਾ ਦੇ ਨਾਲ ਵੀ ਜੁੜਨ ਦੀ ਆਪਣੀ ਰੁੱਤ ਵੇਖ, ਆਪਣਾ ਸਮਾਂ ਵੇਖ, ਆਪਣਾ ਵੱਤਰ ਵੇਖ। ਕਿਉਂਕਿ ਜੇ ਹੁਣ ਇਹ ਵੱਤਰ, ਇਹ ਸਮਾਂ ਨਿਕਲ ਗਿਆ, ਅੱਗੇ ਭੁੱਖਾ ਕਿਆ ਖਾਏ, ਅੱਗੇ ਤੇਰੇ ਕੋਲ ਕੁਝ ਨਹੀਂ। ਕਿਉਂਕਿ ਇਹ ਤੇਰੀ ਔਸਰ, ਇਹ ਤੇਰੀ ਵਾਰ, ਘਟ ਪੀਤਰ ਤੂੰ ਦੇਖ ਵਿਚਾਰ। ਇਹ ਔਸਰ ਹੈ, ਇਹ ਸਮਾਂ ਹੈ। ਮੈਂ ਆਪ ਜੀ ਦੇ ਨਾਲ ਰੁੱਤ ਦੇ ਬਾਰੇ ਵਿਚਾਰ ਕਰ ਰਿਹਾ। ਇਹ ਤੇਰੀ ਔਸਰ, ਇਹ ਤੇਰਾ ਸਮਾਂ ਹੈ। ਮਨੁੱਖ ਨੂੰ ਗੁਰੂ ਸਾਹਿਬ ਨੇ ਇਹ ਰੁੱਤਾਂ ਦੀ ਦਾਤ ਦੇ ਕੇ, ਇਹ ਜੋ ਪਾਵਨ ਸ਼ਬਦ ਹੈ, ਭਾਵ ਇਹ ਪ੍ਰਤੀਤ ਦਰਸਾਇਆ ਹੈ ਕਿ ਮਨੁੱਖ ਨੂੰ ਸਮੇਂ ਨਾਲ ਨਹੀਂ ਜੋੜਿਆ, ਰੁੱਤਾਂ ਨਾਲ ਨਹੀਂ ਜੋੜਿਆ। ਜਿਵੇਂ ਆਇਆ ਵਿਸਾਖ, ਚੇਤਰ ਆਇਆ, ਜੇਠ, ਹਾੜ ਆਇਆ, ਭਾਦਰੋਂ, ਅੱਸੂ, ਕੱਤੇ, ਮੱਘਰ ਆਇਆ, ਇਹਨਾਂ ਮਹੀਨਿਆਂ ਨਾਲ ਨਹੀਂ ਜੋੜਿਆ। ਗੁਰੂ ਸਾਹਿਬ ਨੇ ਜਦੋਂ 12 ਮਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮੁੱਚੇ ਜਗਤ ਨੂੰ, ਸੰਸਾਰ ਨੂੰ ਦਿੱਤੀ, ਉਹਨਾਂ 12 ਮਹੀਨਿਆਂ ਦੇ ਵਿੱਚ ਮਨੁੱਖ ਦੇ ਜੀਵਨ ਦਾ ਜ਼ਿਕਰ ਕੀਤਾ। ਹਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿਨਾ ਪਾਸ, ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਹ। ਵੈਸਾਖ ਧੀਰਨ ਕਿਉ ਵਾਂਡੀਆਂ, ਜਿਨ੍ਹਾਂ ਪ੍ਰੇਮ ਵਿਛੋਹ, ਜਿਹੜੇ ਪਰਮੇਸ਼ਰ ਤੋਂ, ਪਰਮਾਤਮਾ ਤੋਂ, ਪਤੀ ਤੋਂ ਵਿਛੜ ਚੁੱਕੇ ਨੇ, ਉਹ ਧੀਰਜ ਕਿੱਥੇ ਰੱਖਣਗੇ। ਇਹਨਾਂ ਰੁੱਤਾਂ ਦੇ ਵਿੱਚ, ਇਹਨਾਂ ਮਹੀਨਿਆਂ ਦੇ ਵਿੱਚ ਜ਼ਿਕਰ ਕਰਕੇ ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਲ ਜੁੜਨ ਦਾ ਉਪਰਾਲਾ ਯਤਨ ਕੀਤਾ ਹੈ। ਗੁਰੂ ਸਾਹਿਬ ਨੇ ਇਹੀ ਗੱਲ ਇਹ ਰੁੱਤਾਂ ਵਿੱਚ ਸਮਝਾਈ ਹੈ। ਭਗਤ ਕਬੀਰ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਨੇ ਸਮਝਾਇਆ, ਕਹਿੰਦੇ ਕਿਵੇਂ, ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੇ ਡਰ। ਪਾਵਨ ਸ਼ਲੋਕ। ਭਗਤ ਕਬੀਰ ਜੀ ਨੇ ਕਿਹਾ, ਮਨੁੱਖਾ ਜਨਮ ਕਿਵੇਂ ਦਾ ਦੁਰਲੱਭ ਹੈ। ਜੇ ਇਹਦੀ ਪਹਿਚਾਨ ਕਰੇ, ਜੇ ਇਹਨੂੰ ਜਾਣ ਜਾਵੇ, ਇਹਦੀ ਸੰਭਾਲ ਕਰ ਲਵੇ। ਮਾਨਸ ਜਨਮ ਦੁਰਲੱਭ ਹੈ, ਹੋਏ ਨਾ 12 ਬਾਰ, ਇਹ ਰੁੱਤ ਹੈ, ਇਹ ਸਮਾਂ ਹੈ ਤੇਰੇ ਕੋਲ। ਇਹ ਬਾਰ-ਬਾਰ, ਦੁਬਾਰਾ ਇਹ ਸੰਸਾਰ ਤੇ ਜਨਮ ਨਹੀਂ ਮਿਲਣਾ। ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨਾ ਲਾਗੇ ਡਾਰ। ਜਦੋਂ ਫਲ ਟਾਹਣੀ ਤੋਂ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ, ਦੁਨੀਆ ਦੀ ਕੋਈ ਤਾਕਤ ਨਹੀਂ, ਦੁਨੀਆ ਦੀ ਕੋਈ ਹਿੰਮਤ ਨਹੀਂ, ਉਹ ਟੁੱਟੇ ਹੋਏ ਫਲ ਨੂੰ ਦੁਬਾਰਾ ਟਾਹਣੀ ਨਾਲ, ਆਪਣੇ ਮੂਲ ਨਾਲ ਜੋੜਦੇ। ਗੁਰੂ ਸਾਹਿਬ ਨੇ ਕਿਹਾ, ਪਿਆਰਿਆ, ਇਸੇ ਤਰ੍ਹਾਂ ਤੇਰੇ ਸਵਾਸ ਨੇ, ਇਹ ਮਨੁੱਖਾ ਜੀਵਨ ਹੈ। ਜਿੱਦਣ ਸਵਾਸਾਂ ਦੀ ਲੜੀ ਟੁੱਟ ਗਈ, ਉਦਣ ਦੁਬਾਰਾ ਇਹ ਨਹੀਂ ਚੱਲਣੀ। ਇਸ ਸਮੇਂ ਨੂੰ ਸੰਭਾਲ, ਇਹ ਤੇਰੀ ਔਸਰ, ਇਹ ਤੇਰੀ ਬਾਰ, ਇਹਦੀ ਕਦਰ ਕਰ, ਇਹਦੀ ਸੰਭਾਲ ਕਰ। ਤੇਰੇ ਤੇ ਰੁੱਤਾਂ ਆਈਆਂ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ, ਮਨੁੱਖ ਦੇ ਜੀਵਨ ਵਿੱਚ ਵੀ ਰੁੱਤਾਂ ਆਈਆਂ, ਬਾਲ, ਜਵਾਨੀ ਅਰ ਬਿਰਧ ਫੁਨ,
तीन अवस्था जान। ये तीन रुतां आईयां, तेरे ते बालपन आया, बालपने विच तैनूं समझ नहीं सी, पर जवानी विच तैनूं समझ आई। पर जवानी दा हंकार इन्ना ज़्यादा सी, जवानी दी ताकत इन्नी ज़्यादा सी, तू भुल गया। ताई तां गुरु साहिब ने सुचेत करदियां होइयां मनुख नूं वार वार यही गल समझाई है ना प्यारिया, जाग लियो रे मेरे मन्ना, जाग लियो, कहाँ गाफल सोया, जाग, अपने आप की पहचान कर, क्योंकि अज तेनू अपने आप पहचान करन दी लोड़ है। तेरे अंदर जवानी का इन्ना हंकार सी, तू पहचान भुल गया अपने आप की। ए शरीरा मेरे इस जग में आए के क्या तुद कर्म कमाया, के कर्म कमाया तुद शरीरा, जा तू जग में आया। जिन हर तेरा रचन रचिया, सो हर मन ना वसाया। जिन्हों मन विच वसाउणा सी, जिन्हों अपने जीवन विच लागू करना सी, ਜਿਹੜੇ ਗਿਆਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਵਾਨੀ 'ਚ ਸੰਭਾਲ ਕੇ, ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਕੇ ਆਪਣੀ ਜਵਾਨੀ ਦੀ ਕਦਰ ਕੀਮਤ ਨੂੰ ਜਾਣਨਾ ਸੀ, ਪਰ ਮਨੁੱਖ ਨੇ ਵਾਸ਼ਨਾ ਵਿੱਚ, ਨਸ਼ਿਆਂ ਵਿੱਚ, ਸੰਸਾਰ ਦੇ ਐਸ਼ੋ ਆਰਾਮ ਵਿੱਚ ਗੁਜ਼ਾਰ ਦਿੱਤੀ। ਬਾਲ ਜਵਾਨੀ ਇਹ ਰੁੱਤ ਸੀ ਤੇਰੇ ਤੇ ਆਈ। ਫਿਰ ਤੀਜੀ ਰੁੱਤ ਕਿਹੜੀ? ਬਿਰਧ ਫੁਨ, तीन अवस्था जान। फिर बुढ़ापा आया, ते बुढ़ापे च की होया? नैनो नीर पहे तनखीना, पए किस दुदवानी। गुरु तेग बहादुर पातशाह जी कहते ने ये तां इदां दे हालात बन गए ने, सिर कंपे ओ पग डग मगे, नैन जोत ते हीन कहो नानक, यह बिद पई तो ना हर इसलिए। हुण अखां हीणियां हो गईयां ने, अखां चों पानी वेंदा है, रुदा कंठ शब्द नहीं उचरै, अब क्या करे प्राणी। इस जुबान तो शुद्ध शब्द भी नहीं निकल रहा। जदों मनुख संसार दे चस्कियां विच गलतान सी, संसार दे ऐशो आराम विच मनुख भुल चुका सी परमेश्वर नूं, गुरु साहब ने अज याद करवाउंदे कि आ प्यारिया, तैनूं करतार दे नाल, निरंकार दे नाल जोड़ना चाहना वा। तेरे ते रुत्तां आईयां सन, पहले प्यार लगा थन दुध, दूजे माए बाप की सुध, तीजे भईए भाभी बेब, चौथे प्यार पन्नी खेड़, पंजवें खान पीन की आस, छेवें काम ना पूछे जात। ये तेरे ते रुत्तां सन, ये तेरे ते मौसम, तेरे ते इस टाइम लंघ के गया है। पर गल वखरी है, इस समय की कदरों कीमत नूं नहीं जानिया। जदों वक्त सी, जदों समा सी इन्हां चीज़ां की पहचान करन दी, उदों पहचान नहीं कीती। सो गुरु साहब ने समझाया है, रुत्ती सलोक, जिवें संसार दीयां रुत्तां बिनस जांदियां ने ना, इसे तरह प्यारिया तेरे ते जीवन ते आई हुई रुत भी एक दिन बिनस जानी है। वो भलिया एक रुख नूं वेखना सी, रुख दे कदी बसंत आउंदी है ते कदी उहदे ते पतझड़ आ जाती है। पर याद रखी, पर जदों पतझड़ आउंदी है ना, कदी बसंत वेखण विच हरिया परां लगदा सी, बसंत विच उजाड़ा पै चुकिया है, उस दे नेड़े कोई नहीं आउंदा। जदों बसंत आउंदी है ना, उदों सारे आके बहिंदे ने, उहदे ते आके पक्षी जानवर भी बहिंदे ने, उहदी छां मानण वास्ते हर जीवन दे थल्ले पैंदा है। जदों पतझड़ आ जांदी है ना, वो भलिया ਜਿਹੜੇ ਦਰਖਤ ਤੇ पक्षी आके बहिंदे सन, ਜਿਹੜੇ पक्षी आके अपने घोंसले आलने बना के उन्होंने घर मनते सन, पतझड़ आउण ते पक्षियां भी अपने घर बदल लेंदे ने, उडारियां मार के चले जाते हैं। पतझड़ आ गई ना, याद रखी, ये बसंत सदा नहीं रहनी। तेरे जीवन उत्ते प्यारिया बसंत सदा नहीं रहनी, कदी पतझड़ भी आउणी। वो किहड़ी है? नैनो नीर बहे तनखीना, ये पतझड़ है। ये जवानी वाली रुत कदी नहीं रहनी, ये रुत एक दिन समा पाके बतीत हो जानी है। तो ताई ते मेरे साहिब जी बाणी विच समझाउंदे ने कि मन तू जोत स्वरूप है, अपना मूल पछाण। तू स्वरूप पछाण अपना, पर कदों? जदों मूल नाल जुड़ेगा, अपने स्वरूप की पहचान करेगा। मूल नाल नहीं जुड़िया, सिद्धांत नाल, विचार नाल नहीं जुड़ पाया, अपने मूल नूं भी भुल गया, मेरा मूल की सी। आओ इन्हां रुत्तां सलोक दे विच गुरु अर्जन देव पातशाह ने महान विचार दे के जीव टुटे होए नूं
ਨਿਰੰਕਾਰ ਦੇ ਨੇੜੇ ਕੀਤਾ ਹੈ। ਅੱਜ ਤੋਂ ਵਿਚਾਰ ਆਪਾਂ ਆਰੰਭ ਕਰਨ ਜਾ ਰਹੇ ਹਾਂ। ਰਾਮਕਲੀ ਮਹਿਲਾ ਪੰਜਵਾਂ ਆਪ ਜੀ ਦੇ ਨਾਲ ਦੱਸ ਦਿੱਤਾ, ਜ਼ਿਕਰ ਕਰ ਦਿੱਤਾ। ਰੁੱਤੀ ਸ਼ਲੋਕ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਸਤਿਗੁਰ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਹੀ ਜੀਵ ਨੂੰ ਪ੍ਰਾਪਤ ਹੁੰਦਾ ਹੈ। ਅੱਗੇ ਪਾਵਨ ਬਾਣੀ ਹੈ। ਕਾਰ ਬੰਧਨ ਪਾਰ ਬ੍ਰਹਮ, ਬਾਝੋਂ ਸਾਧੈ ਤੂਰ। ਹੁਣ ਬੰਧਨਾ ਕਹਿੰਦੇ ਅੱਗੇ ਹੈ, ਪਰਮੇਸ਼ਰ ਅੱਗੇ, ਕਿਉਂਕਿ ਮੇਰੀ ਡੰਡੋਤ ਕਹਿੰਦੇ ਅੱਗੇ ਹੋਵੇਗੀ। ਬੰਧਨ ਦਾ ਇੱਥੇ ਅਰਥ ਹੈ ਨਮਸਕਾਰ। ਮੇਰੀ ਨਮਸਕਾਰ ਕਹਿੰਦੇ ਅੱਗੇ ਪਰਮੇਸ਼ਰ ਅੱਗੇ, ਇੱਕ ਅਕਾਲ ਪੁਰਖ ਅੱਗੇ, ਜੋ ਸਰਬ ਵਿਆਪਕ ਪਰਮਾਤਮਾ ਹੈ, ਜੋ ਘਟ ਘਟ ਦੀ ਜਾਣਦਾ ਹੈ, ਜੋ ਜਰੇ ਜਰੇ ਅੰਦਰ ਵਸਦਾ ਹੈ। ਮੇਰੀ ਨਮਸਕਾਰ ਕਹਿੰਦੇ ਅੱਗੇ ਪਰਮੇਸ਼ਰ ਅੱਗੇ। ਤਵੱਜੋ ਦੇਣਾ। ਕਰ ਬੰਧਨ ਪਾਰ ਬ੍ਰਹਮ, ਮੇਰੀ ਬੰਦਨਾ ਪਰਮੇਸ਼ਰ ਅੱਗੇ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮੇਰੀ ਬੰਦਨਾ ਕਹਿੰਦੇ ਅੱਗੇ ਬੰਦਨਾ ਹਰ ਬੰਦਨਾ, ਹਰੀ ਪਰਮੇਸ਼ਰ ਅੱਗੇ ਮੇਰੀ ਬੰਦਨਾ ਹੈ। ਮੇਰੀ ਡੰਡੋਤ ਕਹਿੰਦੇ ਹੈ, ਡੰਡੋਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਾਹਿਬ ਜੀ ਕਿਰਪਾ ਕਰਨ। ਕਾਰ ਬੰਧਨ ਪਾਰ ਬ੍ਰਹਮ, ਪਾਰ ਬ੍ਰਹਮ ਪੂਰਨ ਪਰਮੇਸ਼ਰ ਜੋ ਸਰਬ ਵਿਆਪਕ ਹੈ। ਬਾਝੋਂ ਸਾਧੈ ਤੂਰ, ਮੈਨੂੰ ਕਿਹਨਾਂ ਦੀ ਧੂੜ ਚਾਹੀਦੀ ਹੈ? ਪਹਿਲੀ ਚੀਜ਼ ਮੇਰੀ ਡੰਡੋਤ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਅੱਗੇ ਹੈ, ਪਰਮੇਸ਼ਰ ਦੇ ਚਰਨਾਂ ਅੱਗੇ ਹੈ। ਪਰ ਜਿਹੜੇ ਸਾਧ ਜਨ ਗੁਰਮੁਖ ਜਨ ਪਰਮੇਸ਼ਰ ਨਾਲ ਜੁੜੇ ਹੁੰਦੇ ਨੇ, ਮੈਨੂੰ ਉਹਨਾਂ ਦੇ ਸ਼ੁਭ ਬਚਨਾਂ ਦੀ ਧੂੜ ਚਾਹੀਦੀ ਹੈ। ਵੇਖੋ ਤਵੱਜੋ ਦੇਣਾ। ਜੇ ਨਮਸਕਾਰ ਪਰਮੇਸ਼ਰ ਅੱਗੇ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਹਦ ਅਨਾਦ ਜੁਗ ਜੁਗ ਏਕੋ ਵੇਸ। ਜੇ ਇੱਕ ਅਕਾਲ ਪੁਰਖ ਅੱਗੇ ਪਰਮਾਤਮਾ ਅੱਗੇ ਬੰਦਨਾ ਹੈ, ਨਮਸਕਾਰ ਡੰਡੋਤ ਹੈ, ਤੇ ਉਹਨੂੰ ਚਿੱਤ ਵਿੱਚ ਬਿਠਾਇਆ ਹੈ ਮਨੁੱਖ ਨੇ, ਤੇ ਫਿਰ ਸਾਧਿਆਂ ਦੀ ਭਾਵ ਇੱਥੇ ਜਿਹੜਾ ਸ਼ਬਦ ਹੈ ਬਾਝੋਂ ਸਾਧੈ ਤੂਰ। ਸਾਧਿਆਂ ਦਾ ਅਰਥ ਹੁੰਦਾ ਗੁਰਮੁਖ ਜਨ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਵਾਰ ਲਿਆ ਹੈ। ਮੈਨੂੰ ਉਹਨਾਂ ਗੁਰਮੁਖਾਂ ਦੀ ਧੂੜ ਚਾਹੀਦੀ ਹੈ। ਕੋਈ ਜਨ ਹਰਸ਼ੋਂ ਦੇਵੈ ਜੋਰ, ਚਰਨ ਬਕੂ ਚਰਨ ਗਹੂੰ ਬਕੂ ਸ਼ੁਭ ਰਸਨਾ, ਦੀਜੈ ਪ੍ਰਾਨ ਕੋਰ। ਮੈਨੂੰ ਉਹਨਾਂ ਦੀ ਧੂੜ ਚਾਹੀਦੀ। ਹੁਣ ਇੱਥੇ ਸਾਧੈ ਤੂਰ, ਸਾਧ ਜਨਾਂ ਦੀ ਧੂੜ, ਇਹ ਨਾ ਸੋਚ ਲੈਣਾ ਕਿ ਉਹਨਾਂ ਗੁਰਮੁਖਾਂ ਦੇ ਪੈਰਾਂ ਦੀ ਧੂੜ, ਪੈਰਾਂ ਦੀ ਧੂੜ ਨਹੀਂ, ਉਹਨਾਂ ਦੇ ਸ਼ੁਭ ਬਚਨਾਂ ਦੀ, ਉਹਨਾਂ ਦੇ ਸ਼ੁਭ ਵਿਹਾਰ ਦੀ, ਉਹਨਾਂ ਦੇ ਉੱਚੇ ਕਿਰਦਾਰ ਦੀ, ਉੱਚੇ ਖਿਲਾਕ ਦੀ ਮੈਨੂੰ ਸ਼ੁਭ ਧੂੜ ਚਾਹੀਦੀ ਹੈ। ਜਿਸ ਹੀ ਧੂੜ ਲੈਣ ਦੇ ਨਾਲ ਜਿਹੜੇ ਬਚਨਾਂ ਨੂੰ ਮੈਂ ਆਪਣੇ ਜੀਵਨ ਵਿੱਚ ਲੈ ਕੇ ਮੈਂ ਉਹਨਾਂ ਮਹਾਨ ਜੀਵਨ ਬਣਾ ਸਕਣਾ। ਕਿਉਂਕਿ ਆਪ ਭਲੀ ਭਾਂਤ ਇਤਿਹਾਸ ਪੜ੍ਹਦੇ ਹੋ, ਗੁਰਬਾਣੀ ਵੀ ਪੜ੍ਹਦੇ ਹੋ। ਗੁਰੂ ਨਾਨਕ ਦੇ ਪਾਤਸ਼ਾਹ ਪੈਰਾਂ ਕਰਕੇ ਨਹੀਂ, ਦੁਨੀਆ ਦੇ ਅੰਦਰ ਬਚਨਾਂ ਕਰਕੇ, ਸ਼ਬਦ ਕਰਕੇ ਜਾਣੇ ਗਏ ਨੇ, ਨਾਮ ਕਰਕੇ ਨਹੀਂ। ਨਾਮ ਤਾਂ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਕਈ ਵਿਅਕਤੀਆਂ ਦੇ ਨਾਨਕ ਹੋਣਗੇ, ਕਈਆਂ ਮਨੁੱਖਾਂ ਦੇ ਗੋਬਿੰਦ ਨਾਮ ਨੇ, ਕਈਆਂ ਦੇ ਰਾਮ ਨੇ, ਕਈਆਂ ਦੇ ਪਰਮੇਸ਼ਰ ਨੇ ਨਾਮ ਦੁਨੀਆ ਦੇ ਅੰਦਰ। ਪਰ ਗੁਰੂ ਨਾਨਕ ਨਾਮ ਨਾਲ ਨਹੀਂ, ਰੱਬੀ ਸ਼ਬਦ ਨਾਲ, ਪਰਮੇਸ਼ਰ ਵੱਲੋਂ ਦਿੱਤੇ ਹੋਏ ਗਿਆਨ ਨਾਲ ਜਾਣੇ ਗਏ ਨੇ। ਕਿਉਂਕਿ ਜਿੱਥੇ ਬਾਬਾ ਪੈਰ ਧਰ, ਪੂਜਾ ਆਸਨ ਥਾਪਣ ਸੋਆ। ਉਹ ਪੈਰ ਕੀ ਹੈ? ਸਰੀਰ ਵਾਲਾ ਪੈਰ ਨਹੀਂ, ਸ਼ਬਦ ਦੀ ਵਿਚਾਰ ਵਾਲਾ ਕਦਮ ਜਿੱਥੇ ਰੱਖਿਆ ਗਿਆ। ਤੇ ਭਾਈ ਗੁਰਦਾਸ ਜੀ ਇਹ ਵੀ ਗੱਲ ਨਾਲ ਕਹਿੰਦੇ ਨੇ, ਘਰ ਘਰ ਬਾਬਾ ਗਾਵੀ ਹੈ। ਬਾਬੇ ਨੂੰ ਕਿਵੇਂ ਗਾਇਆ ਗਿਆ? ਉਹਨੂੰ ਫੋਟੋਆਂ ਕਰਕੇ, ਤਸਵੀਰਾਂ ਕਰਕੇ, ਚਰਨਾਂ ਕਰਕੇ ਨਹੀਂ ਪਿਆਰਿਓ, ਗੁਰੂ ਨਾਨਕ ਨੂੰ ਬਾਣੀ ਕਰਕੇ, ਸ਼ਬਦ ਕਰਕੇ ਗਾਇਆ ਗਿਆ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਸਾਹਿਬ ਨੇ ਚਰਨਾਂ ਤੋਂ ਤੋੜ ਕੇ ਸ਼ਬਦ ਨਾਲ ਪ੍ਰੀਤ ਪਾਈ ਹੈ। ਤੇ ਇੱਥੇ ਜਿਹੜੀ ਗੱਲ ਹੈ, ਬਾਝੋਂ ਸਾਧੈ ਤੂਰ, ਮੈਨੂੰ ਗੁਰਮੁਖਾਂ ਦੇ ਸ਼ੁਭ ਬਚਨਾਂ ਦੇ, ਜੀਵਨ ਦੀ, ਸ਼ੁਭ ਵਿਹਾਰ ਦੀ, ਸ਼ੁਭ ਕਰੈਕਟਰ ਦੇ ਬਚਨਾਂ ਵਾਲੀ ਧੂੜ ਚਾਹੀਦੀ ਹੈ, ਉੱਚੇ ਖਿਲਾਕ ਦੀ ਧੂੜ ਚਾਹੀਦੀ ਹੈ। ਉਹ ਧੂੜ ਮੇਰੇ ਜੀਵਨ ਵਿੱਚ ਆਵੇ। ਕਿਉਂਕਿ ਪਿਆਰਿਓ, ਚਰਨਾਂ ਦੀ ਧੂੜ ਜੀਵਨ ਨੂੰ ਸਵਾਰਦੀ ਨਹੀਂ, ਉੱਥੇ ਦਾ ਉੱਥੇ ਹੀ ਰੁਕਿਆ ਰਹਿੰਦਾ ਹੈ। ਬੜੇ ਸੰਸਾਰ ਵਿੱਚ ਧੂੜਾਂ ਲੈਣ ਵਾਲੇ ਸਨ,
ਪਰ ਜਦੋਂ ਸ਼ਬਦ ਦੀ ਧੂੜ ਮਿਲੀ ਸੱਜਣ ਠੱਗ ਵਰਗੇ ਨੂੰ ਪਿਆਰਿਓ, ਸ਼ਬਦ ਦੀ ਧੂੜ ਲੈਣ ਦੇ ਨਾਲ ਸੱਜਣ ਠੱਗ ਨਹੀਂ ਰਹਿ ਗਿਆ, ਭਾਈ ਸੱਜਣ ਬਣ ਗਿਆ। ਕੌਡਾ ਰਾਖਸ਼ ਨਹੀਂ, ਭਾਈ ਕੌਡਾ ਬਣ ਗਿਆ ਉਹ, ਜਦੋਂ ਗੁਰੂ ਨਾਨਕ ਦਾ ਸੰਗ ਕੀਤਾ। ਇੱਥੇ ਮੇਰੇ ਸਾਹਿਬ ਜੀ ਕਹਿੰਦੇ, ਆਪ ਜੀ ਭਜਨ ਪੜ੍ਹਦੇ ਹੋ ਗੁਰੂ, ਹਰ ਹਰ ਚਰਨ ਹਿਰਦੈ ਉਰਤਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਅੱਗੇ ਸਾਹਿਬ ਜੀ ਕਹਿੰਦੇ ਨੇ, ਆਪ ਨਿਵਾਰ ਹਰ ਹਰ ਭਜੋ, ਨਾਨਕ ਪ੍ਰਭ ਭਰਪੂਰ। ਆਪ ਨਿਵਾਰ, ਆਪਣੇ ਆਪ ਨੂੰ ਨਿਵਾਰ ਦੇ, ਨਿਵਾਰਨ ਤੋਂ ਭਾਵ ਆਪਣੇ ਆਪ ਦੇ ਹੰਕਾਰ ਨੂੰ ਖਤਮ ਕਰ ਦੇ। ਨਿਵਾਰਨ ਦਾ ਭਾਵ ਆਪਣੇ ਸਰੂਪ ਨੂੰ ਤਿਆਗ। ਇੱਕ ਬਾਹਰ ਦਾ ਸਰੂਪ, ਇੱਕ ਅੰਦਰ ਦਾ ਹੈ। ਬਾਹਰ ਕਦੀ ਨਿਮਰਤਾ ਹੁੰਦੀ ਹੈ, ਕਦੀ ਵੈਰਾਗ ਹੁੰਦਾ ਹੈ, ਕਦੀ ਖੁਸ਼ੀ ਆਉਂਦੀ, ਖੇੜਾ ਆ ਜਾਂਦਾ ਹੈ। ਪਰ ਪਿਆਰਿਓ, ਅੰਦਰ ਦਾ ਜਿਹੜਾ ਸਰੂਪ ਹੈ ਨਾ, ਅੰਦਰ ਦੀ ਅਪਣੰਤ ਵਾਲਾ ਹੰਕਾਰ ਹੈ, ਉਹ ਬੜੀਆਂ ਸਦੀਆਂ ਤੋਂ ਹੈ, ਤਿਆਗਣ ਦੇ ਯਤਨ ਨਹੀਂ ਕਰਦਾ। ਬਾਹਰੋਂ ਕਦੀ ਕੇਸ ਨਹੀਂ ਸਨ ਹੈਗੇ, ਮਨੁੱਖ ਨੇ ਕੇਸ ਰੱਖ ਲਏ, ਦਸਤਾਰ ਨਹੀਂ ਸੀ ਸਜਾਉਂਦਾ, ਮਨੁੱਖ ਨੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਮਨੁੱਖ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਸੀ ਕੀਤੀ, ਇਹਨੇ 5 ਕਕਾਰ ਆਪਣੇ ਤਨ ਤੇ ਧਾਰਨ ਕਰ ਲਏ, ਅੰਮ੍ਰਿਤਧਾਰੀ ਵੀ ਹੋ ਗਿਆ। ਪਰ ਕਦੀ ਮਨ ਨੇ ਵੀ ਅੰਮ੍ਰਿਤ ਛਕਿਆ। ਮਨ ਵਿੱਚ ਉਹ ਸਤ, ਸੰਤੋਖ, ਦਇਆ, ਧਰਮ ਆਇਆ। ਗੁਰੂ ਸਾਹਿਬ ਜੀ ਕਹਿੰਦੇ, ਆਪ ਨਿਵਾਰ, ਆਪਣੇ ਆਪ ਨੂੰ ਛੱਡ ਕੇ ਆਪ ਨਿਵਾਰ ਹਰ ਹਰ ਭਜੋ। ਜੇ ਹਰੀ ਦੇ ਭਜਨ ਨਾਲ ਜੁੜਨਾ ਚਾਹੁੰਦਾ ਹੈ ਨਾ, ਆਪਣਾ ਆਪ ਤਿਆਗਣਾ ਪਏਗਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਬ ਹਮ ਹੋਤੇ, ਮੈਂ ਹੰਕਾਰ ਸੀ, ਉਦੋਂ ਤੇਰਾ ਚਾਨਣ ਨਹੀਂ ਸੀ ਮੇਰੇ ਹਿਰਦੇ ਵਿੱਚ। ਭਾਵ ਉਹ ਗਿਆਨ ਨਹੀਂ ਸੀ, ਉਹ ਸਮਝ ਨਹੀਂ ਆ ਰਹੀ ਸੀ ਜੀਵਨ ਵਿੱਚ। ਅਬ ਤੂੰ ਹੀ ਮੈਂ ਨਹੀਂ, ਆਪ ਨਿਵਾਰ, ਅਬ ਤੂੰ ਹੀ ਆਪਣਾ ਆਪ ਖਤਮ ਕਰ ਦਿੱਤਾ, ਆਪਣੇ ਅੰਦਰ ਦੇ ਸਰੂਪ ਨੂੰ, ਅੰਦਰ ਦੀ ਮੈਂ ਨੂੰ ਮਿਟਾ ਦਿੱਤਾ, ਅੰਦਰ ਦੇ ਹੰਕਾਰ ਨੂੰ ਖਤਮ ਕਰ ਦਿੱਤਾ। ਤੇ ਸਾਹਿਬ ਜੀ ਕਹਿੰਦੇ ਨੇ, ਯਾਦ ਰੱਖੀ, ਹੋਮੈ ਬੁਝੈ ਤਾਂ ਦਰ ਸੂਝੈ। ਤਾਂ ਗੁਰੂ ਦੇ ਦਰ ਦੀ ਇਹ ਸਮਝ ਆਉਣੀ ਹੈ। ਗੁਰੂ ਸਾਹਿਬ ਜੀ ਇਹੀ ਗੱਲ ਕਹਿੰਦੇ ਨੇ, ਕਹਿੰਦੇ ਮਨੁੱਖ ਅੰਦਰ ਆਪਣੇ ਆਪ ਨੂੰ ਨਹੀਂ ਛੱਡਣਾ ਚਾਹੁੰਦਾ, ਮਨੁੱਖ ਅੰਦਰ ਦੇ ਸਰੂਪ ਨੂੰ ਨਹੀਂ ਤਿਆਗਣਾ ਚਾਹੁੰਦਾ, ਅੰਦਰ ਦੇ ਹੰਕਾਰ ਨੂੰ ਨਿਵਰਤ ਨਹੀਂ ਕਰਨਾ ਚਾਹੁੰਦਾ। ਅੰਦਰ ਦਾ ਹੰਕਾਰ ਉਸੇ ਤਰ੍ਹਾਂ ਹੀ ਜਿੰਦਾ ਹੈ, ਬਾਹਰ ਗੁਰਦੁਆਰੇ ਆ ਜਾਂਦਾ ਹੈ, ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਕਥਾ ਕਹਾਣੀਆਂ ਸਭ ਕੁਝ ਸੁਣ ਲੈਂਦਾ ਹੈ, ਪਾਠ ਵੀ ਸੁਣ ਕੇ ਚਲਿਆ ਜਾਂਦਾ ਹੈ, ਪਰ ਅੰਦਰ ਦੀ ਵਿਕਾਰਾਂ ਵਾਲੀ ਮੈਲ ਨਹੀਂ ਤਿਆਗਣਾ ਚਾਹੁੰਦਾ। ਅੰਦਰ ਦੇ ਆਪਣੇ ਆਪ ਨੂੰ ਅੰਦਰੋਂ ਨਿਮਰਤਾ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦਾ। ਬਾਹਰੋਂ ਸਿਰ ਝੁਕ ਜਾਂਦਾ ਹੈ, ਪਰ ਮਨ ਝੁਕਦਾ। ਗੁਰਦੁਆਰੇ ਆ ਕੇ ਭੇਟਾਂ ਬਹੁਤ ਰੱਖ ਦਿੰਦਾ ਹੈ, ਪਰ ਮਨ ਰੱਖਣਾ ਚਾਹੁੰਦਾ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਕੋਲ ਆਉਣ ਵਾਸਤੇ ਆਪਣੇ ਆਪ ਨੂੰ ਨਿਵਰਤ ਕਰ, ਆਪਣੇ ਆਪ ਨੂੰ ਨਿਵਾਰ ਦੇ, ਖਤਮ ਕਰ ਦੇ, ਮਿਟਾ ਦੇ। ਨਿਰਵਾਣ ਕੀਰਤਨ ਗਾਵੋ ਕਰਤੇਗਾ, ਨਿਮਕ ਸਿਮਰਤ ਜਿਤ ਛੂਟੈ। ਜਿੱਦਨ ਮੁਕਤ ਹੋ ਕੇ ਕੀਰਤਨ ਕਰੇਗਾ, ਅੰਦਰੋਂ ਨਿਰਮਲ ਹੋ ਕੇ ਪ੍ਰਮਾਤਮਾ ਦੀ ਸਿਫਤੋ ਸਲਾਹ ਪਿਆਰਿਆ ਜੁੜੇਗਾ, ਉਦਨ ਸਹਿਜੇ ਤੌਰ ਤੇ ਪਰਮੇਸ਼ਰ ਦੇ ਨਾਲ ਤੇਰੀ ਸਾਂਝ ਬਣ ਜਾਵੇਗੀ। ਗੁਰੂ ਸਾਹਿਬ ਜੀ ਕਹਿੰਦੇ, ਦੇਸ਼ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਨੇ ਆਇਆ। ਅੰਦਰ ਦਾ ਸੁਭਾਅ ਤੇ ਨਹੀਂ ਤਿਆਗਿਆ। ਤਿਆਗਣਾ ਕਿ ਆਪ ਨਿਵਾਰ, ਆਪਣਾ ਸੁਭਾਅ ਤਿਆਗ, ਅੰਦਰ ਦਾ, ਬਾਹਰ ਦਾ ਨਹੀਂ, ਅੰਦਰ ਦਾ ਸੁਭਾਅ ਤਿਆਗ। ਜਿੱਦਣ ਅੰਦਰ ਦਾ ਸੁਭਾਅ ਮੈਂ ਤਿਆਗਾਂਗਾ, ਪਰਮਾਤਮਾ ਮੈਨੂੰ ਦੂਰ ਨਹੀਂ, ਮੈਨੂੰ ਨੇੜੇ ਦਿਸੇਗਾ। ਪਰਮਾਤਮਾ ਦੀ ਝਲਕ ਮੈਨੂੰ ਬਾਹਰ ਨਹੀਂ, ਅੰਦਰੋਂ ਮਿਲਣੀ ਸ਼ੁਰੂ ਹੋਏਗੀ। ਤੇ ਸਾਹਿਬ ਜੀ ਕਹਿੰਦੇ, ਦੇਸ਼ ਛੋੜ ਪਰਦੇਸੈ ਧਾਇਆ। ਆ ਛੱਡ ਕੇ ਘਰ, ਆ ਥਾਂ ਛੱਡ ਕੇ, ਆ ਦੇਸ਼ ਛੱਡ ਕੇ ਪਰਦੇਸਾਂ ਵਿੱਚ ਚਲਿਆ ਗਿਆ, ਪਰ ਪੰਚ ਚੰਡਾਲ ਨਾਲੇ ਲੈ ਆਇਆ। ਸੁਭਾਅ ਤੇ ਨਹੀਂ ਛੱਡ ਕੇ ਆਇਆ। ਸੁਭਾਅ ਮਨੁੱਖ ਨਾਲ ਲੈ ਕੇ ਜਾਂਦਾ ਹੈ। ਅੰਦਰ ਦਾ ਜਿਹੜਾ ਸਰੂਪ ਬਣ ਚੁੱਕਿਆ ਹੈ ਨਾ ਵਿਕਾਰਾਂ ਵਾਲਾ, ਉਹ ਨਾਲ ਹੀ ਲੈ ਕੇ ਜਾਂਦਾ ਹੈ। ਉਹ ਅੰਦਰ ਦਾ ਸਰੂਪ ਨਹੀਂ ਤਿਆਗਣਾ ਚਾਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਪੰਜ ਚੰਡਾਲ ਨਾਲੇ ਲੈ ਆਇਆ। ਉਹ ਚਲਿਆ ਤਾਂ ਤੂੰ ਧਾਰਮਿਕ ਸਥਾਨਾਂ ਤੇ ਗਿਆ ਹੈ, ਇਸ਼ਨਾਨ ਵੀ ਕਰਕੇ ਆਇਆ ਹੈ, ਪਰ ਅੰਦਰ ਦੇ 5 ਵਿਕਾਰ ਨਹੀਂ ਤਿਆਗੇ। ਫਿਰ ਕਹਿੰਦੇ ਨੇ, ਨਾਨਕ ਪ੍ਰਭ ਭਰਪੂਰ। ਉਹ ਮੇਰਾ ਪਰਮਾਤਮਾ ਹਰ ਥਾਂ ਤੇ ਹੈ। ਜਿੱਦਣ ਤੈਨੂੰ
ਆਪਣੇ ਅੰਦਰੋਂ ਦਿਸਣ ਲੱਗ ਗਿਆ। ਹਰ ਹਰ ਭਜੋ ਨਾਨਕ ਪਰ ਭਰਪੂਰ, ਉਹ ਹਰ ਥਾਂ ਤੇ ਸੁਭਾਇਮਾਨ ਹੈ। ਅੱਗੇ ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਿਲ ਵਿਖ ਕਾਟਨ ਪੈ ਹਰਨਾ, ਸੁਖ ਸਾਗਰ ਹਰ ਰਾਏ। ਕਿਲ ਵਿਖ ਦਾ ਅਰਥ ਇੱਥੇ ਪਾਪ, ਆਪਣੇ ਪਾਪ ਲਾ ਵਿਕਾਰਾਂ ਵਾਲੇ, ਉਹ ਨਾਲ ਹੀ ਨੇ, ਉਹ ਨਾਲ ਹੀ ਲੈ ਕੇ ਚੱਕੀ ਫਿਰਦਾ। ਕਦੋਂ ਤਿਆਗੇਗਾ? ਕਿਲ ਵਿਖ ਕਾਟਨ, ਇਹਨਾਂ ਨੂੰ ਅੱਜ ਲਾ ਦੇ। ਪੈ ਹਰਨ, ਦੂਜੀ ਚੀਜ਼ ਹੈ ਡਰ। ਇੱਕ ਪਾਪ ਜੋ ਮਾੜੇ ਕੰਮ ਤੂੰ ਕਰਦਾ ਪਿਆ, ਪੈਰ ਪੈਰ ਤੇ ਕਰਦਾ ਪਿਆ, ਕਦਮ ਕਦਮ ਤੇ। ਹੁਣ ਪਾਪ ਕੀ ਨੇ? ਮਾੜੀ ਸੋਚ, ਮਾੜਾ ਸੋਚਦਾ ਪਿਆ, ਮਾੜਾ ਆਪਣੇ ਹਿਰਦੇ ਵਿੱਚ ਚਿਤਾਰਦਾ ਪਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਲੇ ਪਾਪ ਇਕੱਠੀ ਕਰੀ ਬੈਠਾ। ਤਾਂ ਇਸ ਦੇਹੀ ਮੈਂ ਪੰਜ ਚੋਰ ਬਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁਟੈ ਮਨ ਮੁਖ ਨੀ ਬੂਝੈ, ਕੋ ਨਾ ਸੁਣੈ ਪੁਕਾਰਾ। ਗੁਰੂ ਸਾਹਿਬ ਜੀ ਕਹਿੰਦੇ ਨੇ, ਇਹਨਾਂ ਚੀਜ਼ਾਂ ਨੂੰ ਲਾਹ, ਇਹਨਾਂ ਚੀਜ਼ਾਂ ਨੂੰ, ਪਾਪਾਂ ਨੂੰ ਖਤਮ ਕਰ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰਿ ਆਇਆ। ਖੋਏ ਪਾਪ, ਇੱਥੇ ਸਾਜੇ ਕਿਲ ਵਿਖ ਕਾਟਨ ਪੈ ਹਰਨ। ਖੋਏ ਪਾਪ, ਆਪਣੇ ਪਾਪ ਲਾ। ਜਿੱਦਣ ਤੇਰੇ ਪਾਪ ਵਿਕਾਰਾਂ ਵਾਲੇ ਲੈ ਗਏ, ਭਏ ਸਭ ਪਾਵਨ, ਉਦਣ ਪਵਿੱਤਰ ਹੋਣ ਵਾਸਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪਏਗੀ। ਤੂੰ ਬਾਣੀ ਦੇ ਸ਼ਬਦ ਨਾਲ ਪੜਿਆ, ਆਪਣੇ ਆਪ ਨੂੰ ਪਵਿੱਤਰ ਕਰ ਲਏਗਾ। ਭਏ ਸਭ ਪਾਵਨ। ਅੱਜ ਮਨੁੱਖ ਪਵਿੱਤਰ ਹੋਣ ਵਾਸਤੇ ਤੀਰਥਾਂ ਦੀ ਚੋਣ ਕਰਦਾ ਸੀ, ਤੀਰਥਾਂ ਤੇ ਜਾਂਦਾ ਸੀ, ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਜਾ ਕੇ ਲੈਣਾ ਵਿੱਚ ਲਾ ਕੇ ਆਪਣੇ ਆਪ ਨੂੰ ਪਵਿੱਤਰ ਹੋਣ ਦੇ ਯਤਨ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ, ਮੈਂ ਤੈਨੂੰ ਪਵਿੱਤਰ ਸ਼ਬਦ ਰਾਹੀਂ ਕਰਨਾ ਚਾਹਨਾ, ਪਰ ਜਿੱਦਣ ਤੇਰੇ ਹਿਰਦੇ ਵਿੱਚ ਸ਼ਬਦ ਆ ਕੇ ਵਸਿਆ, ਤੈਨੂੰ ਪਾਪ ਲਾਣੇ ਪੈਣੇ ਨੇ, ਵਿਕਾਰ ਛੱਡਣੇ ਪੈਣੇ ਨੇ, ਇਹ ਬੁਰਾਈਆਂ ਤਿਆਗਣੀਆਂ ਪੈਣੀਆਂ ਨੇ। ਜਿੱਦਣ ਅੰਦਰ ਦਾ ਤੂੰ ਸੁਭਾਅ, ਅੰਦਰ ਦੀਆਂ ਬੁਰਾਈਆਂ ਤਿਆਗ ਦਿੱਤੀਆਂ, ਭਏ ਸਭ ਪਾਵਨ, ਉਦਣ ਤੂੰ ਪਵਿੱਤਰ ਹੋਏਗਾ। ਜਨ ਨਾਨਕ ਸੁਖ ਕਰਿ ਆਇਆ। ਤੇਰੇ ਘਰ ਵਿੱਚ ਸੁਖ ਹੈ, ਤੇਰੇ ਘਰ ਵਿੱਚ ਹੀ ਪਿਆਰਿਆ ਆਨੰਦ ਹੋਣਾ ਹੈ। ਆਨੰਦ ਬਾਹਰ ਲੱਭਣ ਦੀ ਲੋੜ ਨਹੀਂ ਪੈਗੀ। ਆਨੰਦ ਘਰ ਵਿੱਚ ਸਾਚੇ ਸਾਹਿਬਾ ਕਿਆ ਨਹੀਂ ਕਰਦੀ ਰਹੇ। ਉਹਦੇ ਘਰ ਵਿੱਚ ਸਭ ਕੁਝ, ਜਿਸ ਦੇਹ ਸੋ ਪਾਵੇ। ਜੇ ਮੇਰੇ ਕੋਲ ਪਾਣ ਦੀਆਂ ਭਾਵਨਾ ਨੇ, ਸਹਿਜੇ ਤੌਰ ਤੇ ਪਰਮੇਸ਼ਰ ਵੱਲੋਂ ਦਾਤ ਮਿਲੇਗੀ। ਫਿਰ ਕਹਿੰਦੇ ਨੇ, ਪੈ ਹਰਨ, ਆਪਣੀ ਜ਼ਿੰਦਗੀ ਵਿੱਚੋਂ ਦੁੱਖਾਂ ਨੂੰ ਲਾ, ਉਹਨਾਂ ਡਰ ਨੂੰ ਲਾ ਜਿਹੜੇ ਡਰ ਤੈਨੂੰ ਬੜੇ ਟਾਈਮ ਤੋਂ ਸਤਾਉਂਦੇ ਪਏ ਨੇ। ਸੁਖ ਸਾਗਰ ਹਰ ਰਾਏ, ਸੁੱਖਾਂ ਦੀ ਸ਼ਰਨ ਵਿੱਚ ਆ ਜਾ। ਸਭ ਸੁਖ ਦਾਤਾ ਰਾਮ ਹੈ, ਦੂਸਰੇ ਨਾਹਨ ਕੋਏ। ਗੁਰੂ ਸੁੱਖਾਂ ਦਾ ਸਾਗਰ ਹੈ, ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਅਖੀਰਲੀ ਪੰਕਤੀ ਇਸ ਸ਼ਲੋਕ ਦੀ, ਦੀਨ ਦਿਆਲ ਦੁਖ ਭੰਜਨੋ, ਨਾਨਕ ਨੀਤ ਤੇ ਆਏ। ਇਹ ਰੁੱਤੀ ਸ਼ਲੋਕ ਦੀ ਜੋ ਪਾਵਨ ਬਾਣੀ ਆਪਾਂ ਵਿਚਾਰ ਅੱਜ ਆਰੰਭ ਕੀਤੀ ਹੈ, ਇਹ ਪਹਿਲਾ ਸ਼ਲੋਕ ਹੈ ਔਰ ਅਖੀਰਲੀ ਪੰਕਤੀ ਹੈ, ਦੀਨ ਦਿਆਲ ਦੁਖ ਭੰਜਨੋ। ਕਿਰਪਾ ਕਰੀ ਮੇਰੇ ਮਾਲਕ, ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਤੇ ਵੀ ਦਇਆ ਕਰੋ। ਤਰਸ ਮੰਗੋ ਗੁਰੂ ਦੇ ਕੋਲ ਆ ਕੇ, ਰਹਿਮਤ ਮੰਗੋ। ਦੀਨ ਦਿਆਲ, ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਤੇ ਵੀ ਕਿਰਪਾ ਕਰੋ। ਦੁੱਖ ਭੰਜਨੋ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਦੁੱਖ ਰੋਗ ਸੰਤਾਪ ਹੀ ਉਤਰੇ। ਕਦੋਂ ਉਤਰ ਗਏ ਤਿੰਨੇ ਚੀਜ਼ਾਂ? ਸੁਣੀ ਸੱਚੀ ਬਾਣੀ, ਜਦੋਂ ਗੁਰੂ ਦੀ ਬਾਣੀ ਸੁਣੀ। ਦੁੱਖ ਪਰ ਹਰ, ਦੁੱਖਾਂ ਨੂੰ ਅੱਜ ਹਟਾ ਦਿੱਤਾ ਆਪਣੇ ਜੀਵਨ ਵਿੱਚ। ਜਿਹੜੇ ਵਿਕਾਰਾਂ ਵਾਲੇ ਦੁੱਖ ਸਨ, ਖਤਮ ਕਰਕੇ ਸੁੱਖ ਘਰ ਲੈ ਜਾਏ। ਜਿੱਦਣ ਹਿਰਦੇ ਵਿੱਚ ਸੁੱਖ ਆਇਆ ਨਾ ਪਿਆਰਿਓ, ਫਿਰ ਗੁਰੂ ਸਾਹਿਬ ਜੀ ਕਹਿੰਦੇ ਨੇ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਕਹੋ ਨਾਨਕ ਗੁਰ ਮੰਤਰ ਦਰੜਾਇਆ। ਦੀਨ ਦਿਆਲ ਦੁਖ ਭੰਜਨੋ, ਦੁੱਖਾਂ ਨੂੰ ਖਤਮ ਕਰਨ ਵਾਲੇ ਮੇਰੇ ਪਰਮੇਸ਼ਰ, ਹੇ ਅਕਾਲ ਪੁਰਖ ਕਿਰਪਾ ਕਰਿਓ। ਫਿਰ ਕੀ ਹੋਏਗਾ? ਨਾਨਕ ਨੀਤ ਤੇ ਆਏ। ਉਹਨੂੰ ਨਿਤਾ ਪ੍ਰਤੀ ਰੋਜ਼ ਧਿਆਉਣਾ ਪੈਣਾ ਹੈ, ਕਿਉਂਕਿ ਇਹਨਾਂ ਦੇ ਵਿਕਾਰਾਂ ਦੇ ਵੱਲੋਂ ਜੇ ਸੇਫ ਰਹਿਣਾ ਚਾਹੁੰਦਾ ਹੈ, ਬਚਣਾ ਚਾਹੁੰਦਾ ਹੈ। ਵੇਖੋ, ਘਰ ਨੂੰ ਸਾਫ਼ ਕਰਨ ਵਾਸਤੇ ਨਾ ਘਰ ਦੀ ਸਫਾਈ ਰੋਜ਼ ਰੱਖਣੀ ਪੈਂਦੀ ਹੈ। ਰੋਜ਼ ਘਰ ਦੀਆਂ ਸਵਾਣੀਆਂ ਘਰ ਨੂੰ ਰੋਜ਼ ਝਾੜਦੀਆਂ ਨੇ।
घर दे विच सफाई रखण वास्ते सानू निता प्रति रोज अपने घर नूं झाड़ना पैंदा ते घर विच झाड़ू पोचा लाना पैंदा है। एक दिन नहीं, रोज निता प्रति। गुरु साहिब जी कहते हैं जे इन्हां विकारां तो बचना चाहुंदा है, जे अपने जीवन की रुत नूं, अपने जीवन के समय नूं, मौसम नूं संभाल के, ये तेरे को अवसर, ये तेरी बार घट पीतर तू देख विचार, ये अवसर इस समय नूं पछाण के संभाल करके जे करते दे नाल परमेश्वर दे नाल गल्लां करनियां चाहुंदा है, नेड़े होना चाहना है, तो की करना पैगा? नानक नीत ते आए, नित ते होना पैना है। उहदे नाल सांझ तां बनेगी, प्रीत तां बनेगी। ये नहीं एक दिन 2 दिन याद किया। गुरु साहिब जी कहते हैं नहीं, हर वक्त घर नूं साफ रखण वास्ते घर की सफाई रोज करनी पैंदी है। अपने हिरदे नूं साफ रखण वास्ते, विकारां तो बचण वास्ते तेनू नित परमात्मा नाल सांझ पाउणी पैनी है, रोज जुड़ना पैना। उठत बैठत सोबत ते आईए, मार्ग चलत हर हर गईए। इन्नियां को विचारां प्रवान करनियां। गुरु सतसंग जी दास पासों विचारां करदियां होइयां बित प्रकार दीयां भुलां हो गईयां होणगीਆਂ। गुरु साहिब जी किरपा करन, सबना दे हो जाण ਇਹ लोक सुखीए, परलोक सुहेले, नानक हर प्रभापे मिले। गुरु साहिब ते गुरु की संगत बख्शनहार बख्शो ता परवान जी फतेह। वाहिगुरू जी का खालसा, वाहिगुरू जी की फतेह।